ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਾ ਇਹ ਲੈਸਨ 8ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 8ਵੀਂ ਕਲਾਸ ਦਾ ਗਣਿਤ ਦਾ 15ਵਾਂ ਅਧਿਆਇ ਹੈ ਗ੍ਰਾਫਾਂ ਬਾਰੇ ਜਾਣਕਾਰੀ, ਗ੍ਰਾਫਾਂ ਦੇ ਨਾਲ ਜਾਣ ਪਛਾਣ, ਇੰਟਰੋਡਕਸ਼ਨ ਟੂ ਗ੍ਰਾਫਸ। ਠੀਕ ਹੈ, तो ਉਹਦੇ ਵਿੱਚ ਪਿਛਲੇ ਲੈਸਨ ਦੇ ਵਿੱਚ ਆਪਾਂ ਪਿਛਲੇ ਲੈਕਚਰ ਦੇ ਵਿੱਚ ਬਹੁਤ ਬੇਸਿਕ ਜਿਹੜੇ ਗ੍ਰਾਫ ਸਾਡੇ ਕੋਲ ਹੁੰਦੇ ਨੇ, ਬਾਰ ਗ੍ਰਾਫ, ਆਇਤ ਚਿੱਤਰ, ਚੱਕਰ ਗ੍ਰਾਫ ਜਾਂ ਰੇਖਾ ਗ੍ਰਾਫ ਦੇ ਬਾਰੇ ਆਪਾਂ ਚਰਚਾ ਕੀਤੀ ਸੀ। ਅਲੱਗ-ਅਲੱਗ ਗ੍ਰਾਫਾਂ ਨੂੰ ਕਿਵੇਂ ਆਪਾਂ ਸਮਝਣਾ ਹੈ ਉਹਦੇ ਬਾਰੇ ਆਪਾਂ ਜਾਣਿਆ ਸੀ। ਤੋ ਅੱਜ ਦੇ ਇਸ ਲੈਸਨ ਵਿੱਚ ਅਸੀਂ ਰੇਖਾ ਗ੍ਰਾਫ ਦੇ ਨਾਲ ਸੰਬੰਧਿਤ ਕੁਝ ਸਵਾਲਾਂ ਨੂੰ ਹੱਲ ਕਰਾਂਗੇ। ਕਿਵੇਂ ਅਸੀਂ ਰੇਖਾ ਗ੍ਰਾਫ ਨੂੰ ਪੜ੍ਹ ਕੇ ਰੇਖਾ ਗ੍ਰਾਫ ਤੋਂ ਜਿਹੜੀ ਜਾਣਕਾਰੀ ਹੈ ਉਹ ਅਸੀਂ ਇਕੱਠੀ ਕਰ ਸਕਦੇ ਹਾਂ, ਉਹ ਅਸੀਂ ਅੱਜ ਦੇ ਸਵਾਲਾਂ ਦੇ ਵਿੱਚ ਸਿੱਖਾਂਗੇ। ਠੀਕ ਹੈ, तो मैनू उम्मीद है कि तुसी अपनी किताब, नोटबुक ते पेन वगैरह जरूर ले ले होंगे और लैसन के लिए पूरी तरह तैयार होवोगे। ठीक है स्टूडेंट्स, तो आओ शुरू करते हैं अज का लैसन तो देखते हैं सब तो पहला सवाल। सब तो पहला सवाल तुसी स्क्रीन के उत्ते देख सकते हो। दिता गया ग्राफ साल 2007 विच दो बल्लेबाज ए अते बी द्वारा खेडे गए 10 मैचों विच बनाए गए रन्नां नूं प्रदर्शित करता है। ग्राफ का अध्ययन करो ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਇਹਦੇ ਸਾਨੂੰ ਚਾਰ ਸਵਾਲ ਜਿਹੜੇ ਦਿੱਤੇ ਗਏ ਨੇ ਤੇ ਨਾਲ ਸਾਨੂੰ ਜਿਹੜਾ ਥੱਲੇ ਗ੍ਰਾਫ ਦਿੱਤਾ ਗਿਆ ਹੈ। ਆਪਾਂ ਪਹਿਲਾਂ ਸਵਾਲ ਪੜ੍ਹ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਗ੍ਰਾਫ ਦੇ ਬਾਰੇ ਚਰਚਾ ਕਰਦੇ ਹਾਂ। ਠੀਕ ਹੈ, ਤੋ ਜਿਹੜਾ ਪਹਿਲਾ ਸਵਾਲ ਇਹ ਹੈ ਕਿ ਦੋਨੋਂ ਧੁਰਾਂ ਤੇ ਕਿਹੜੀ ਕਿਹੜੀ ਸੂਚਨਾ ਦਿੱਤੀ ਗਈ ਹੈ। ਗ੍ਰਾਫ ਦੇ ਦੋਨੋਂ ਧੁਰਿਆਂ ਦੇ ਉੱਤੇ ਜੋ ਜੋ ਸੂਚਨਾ ਦਿੱਤੀ ਗਈ ਹੈ ਉਹਦੇ ਬਾਰੇ ਅਸੀਂ ਦੱਸਣਾ ਹੈ। ਉਸ ਤੋਂ ਬਾਅਦ ਕਿਹੜੀ ਰੇਖਾ ਬੱਲੇਬਾਜ਼ ਏ ਦੁਆਰਾ ਬਣਾਏ ਗਏ ਰਨ ਪ੍ਰਦਰਸ਼ਿਤ ਕਰਦੀ ਹੈ। ਸਾਲ 2007 ਵਿੱਚ ਕੀ ਕਿਸੇ ਮੈਚ ਦੇ ਦੋਨਾਂ ਬੱਲੇਬਾਜ਼ਾਂ ਦੁਆਰਾ ਬਣਾਏ ਗਏ ਰਨ ਸਮਾਨ ਹਨ, ਜੇ ਹਾਂ ਤਾਂ ਕਿਸ ਮੈਚ ਵਿੱਚ। ਚੌਥਾ ਸਵਾਲ ਸਾਡੇ ਕੋਲ ਹੈ ਦੋਨਾਂ ਬੱਲੇਬਾਜ਼ਾਂ ਵਿੱਚ ਕਿਹੜਾ ਜ਼ਿਆਦਾ ਸਥਿਰ ਹੈ, ਤੁਸੀਂ ਇਹ ਨਿਰਣਾ ਕਿਸ ਤਰ੍ਹਾਂ ਲਿਆ, ਇਹਦੇ ਬਾਰੇ ਆਪਾਂ ਚਰਚਾ ਕਰਾਂਗੇ। ਠੀਕ ਹੈ, तो आओ सब तो पहला ਅਸੀਂ ਗ੍ਰਾਫ ਜਿਹੜਾ ਉਹ ਦੇਖ ਲੈਂਦੇ ਹਾਂ। ਹਾਂਜੀ ਵਿਦਿਆਰਥੀਓ, ਇਸ ਗ੍ਰਾਫ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਸਾਡੇ ਕੋਲ ਲੇਟਵਾਂ ਧੁਰਾ ਹੈ ਜਾਂ ਜਿਹਨੂੰ ਅਸੀਂ ਐਕਸ ਧੁਰਾ ਵੀ ਕਹਿੰਦੇ ਹਾਂ, ਇਹ ਸਾਡੇ ਕੋਲ ਖੜਵਾਂ ਧੁਰਾ ਹੈ, ਇਹਨੂੰ ਅਸੀਂ ਵਾਈ ਧੁਰਾ ਕਹਿੰਦੇ ਹਾਂ। ਠੀਕ ਹੈ, ਤੋ ਲੇਟਵੇਂ ਧੁਰੇ ਦੇ ਵਿੱਚ ਜਿਹੜੀ ਮੈਚਾਂ ਦੀ ਸੰਖਿਆ ਜਿਹੜੀ ਉਹ ਦਿੱਤੀ ਗਈ ਹੈ, ਪਹਿਲਾ ਮੈਚ, ਦੂਜਾ ਮੈਚ, ਤੀਜਾ ਮੈਚ, ਚੌਥਾ ਮੈਚ, ਇਸੇ ਤਰ੍ਹਾਂ 10 ਮੈਚ ਜਿਹੜੇ ਕੁੱਲ ਹੈਗੇ ਨੇ ਇੱਥੇ ਸਾਡੇ ਕੋਲ 10 ਮੈਚ ਜਿਹੜੇ ਉਹ ਦਰਸਾਏ ਗਏ ਨੇ। ਠੀਕ ਹੈ, ਇਸ ਤੋਂ ਬਾਅਦ ਖੜਵਾਂ ਧੁਰਾ ਜਿਹੜਾ ਹੈ ਸਾਡੇ ਕੋਲ ਵਾਈ ਧੁਰਾ, ਉਹਦੇ ਵਿੱਚ ਬਣਾਏ ਗਏ ਰਨ ਜਿਹੜੇ ਉਹ ਦਰਸਾਏ ਗਏ ਨੇ। ਇਹਦੇ ਤੇ ਜਿਹੜੇ ਅੰਕ ਨੇ, ਰਨ ਨੇ, ਸਕੋਰਾਂ ਦੀ ਜਿਹੜੀ ਗਿਣਤੀ ਹੈ ਉਹ ਦਰਸਾਈ ਗਈ ਹੈ 10, 20, 30, 40, 50। ਠੀਕ ਹੈ, ਇਸੇ ਢੰਗ ਦੇ ਨਾਲ 120 ਤੱਕ। ਤੋ ਇਸ ਗ੍ਰਾਫ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਨੂੰ ਦੋ ਗ੍ਰਾਫ ਜਿਹੜੇ ਅੱਗੇ ਦਿਖਾਈ ਦੇ ਰਹੇ ਨੇ। ਇੱਕ ਸਾਡੇ ਕੋਲੇ ਜਿਹੜੀ ਡਾਰਕ ਲਾਈਨ ਹੈ, ਗੂੜੀ ਲਾਈਨ ਦੇ ਵਿੱਚ ਇਹ ਜਿਹੜੇ ਲਗਾਤਾਰ ਲਾਈਨ ਹੈ ਉਹ ਸਾਨੂੰ ਇੱਕ ਗ੍ਰਾਫ ਜਿਹੜਾ ਦਿਖਾਈ ਦੇ ਰਿਹਾ ਹੈ, ਔਰ ਇੱਕ ਸਾਡੇ ਕੋਲ ਇੱਥੇ ਦਾਣੇਦਾਰ ਲਾਈਨ ਹੈ ਜਾਂ ਜਿਹਨੂੰ ਅਸੀਂ ਡਾਟਡ ਲਾਈਨ ਵੀ ਬੋਲਦੇ ਹਾਂ। ਡਾਟਡ ਲਾਈਨ ਦੇ ਨਾਲ ਵੀ ਇੱਕ ਗ੍ਰਾਫ ਜਿਹੜਾ ਉਹ ਬਣਾਇਆ ਗਿਆ ਹੈ। ਇਹ ਸਿਰਫ ਦੋ ਗ੍ਰਾਫ ਬੱਲੇਬਾਜ਼ ਏ ਤੇ ਬੱਲੇਬਾਜ਼ ਬੀ ਦੇ ਨਾਲ ਸੰਬੰਧਿਤ ਹਨ, ਇਸ ਲਈ ਇਹ ਦੋ ਅਲੱਗ-ਅਲੱਗ ਢੰਗ ਦੇ ਨਾਲ ਥੋੜਾ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਦੋਨਾਂ ਦਾ ਜਿਹੜਾ ਤਰੀਕਾ ਹੈ ਤੇ ਦੋਨਾਂ ਦੇ ਉੱਤੋਂ ਜਿਹੜੀ ਜਾਣਕਾਰੀ ਸਾਨੂੰ ਮਿਲੇਗੀ ਉਹ ਬਿਲਕੁਲ ਇੱਕੋ ਜਿਹੀ ਹੀ ਹੋਏਗੀ। ਤੁਸੀਂ ਉੱਪਰ ਦੇਖ ਸਕਦੇ ਹੋ ਇੱਥੇ ਦਰਸਾਇਆ ਗਿਆ ਹੈ ਕਿ ਬੱਲੇਬਾਜ਼ ਏ ਦਾ ਜਿਹੜਾ ਗ੍ਰਾਫ ਹੈ ਉਹ ਦਾਣੇਦਾਰ ਲਾਈਨ ਦੇ ਨਾਲ ਦਰਸਾਇਆ ਗਿਆ ਹੈ, ਡਾਟਡ ਲਾਈਨ ਦੇ ਨਾਲ, ਔਰ ਬੱਲੇਬਾਜ਼ ਬੀ ਦਾ ਜਿਹੜਾ ਗ੍ਰਾਫ ਹੈ ਉਹ ਥਿਕ ਲਾਈਨ ਦੇ ਨਾਲ, ਡਾਰਕ ਲਾਈਨ ਦੇ ਨਾਲ ਦਰਸਾਇਆ ਗਿਆ ਹੈ। ਠੀਕ ਹੈ, ਤੋ ਇਹਦੇ ਵਿੱਚ ਹੁਣ ਅਸੀਂ ਬੜੀ ਆਸਾਨੀ ਦੇ ਨਾਲ ਕੁਝ ਚੀਜ਼ਾਂ ਜਿਹੜੀਆਂ ਸਮਝ ਸਕਦੇ ਹਾਂ। ਜਿਹੜਾ ਪਹਿਲਾ ਮੈਚ ਹੈ, ਪਹਿਲੇ ਮੈਚ ਦੇ ਸਾਹਮਣੇ ਉੱਪਰ ਅਗਰ ਅਸੀਂ ਦੇਖੀਏ ਤਾਂ ਬੀ ਦੇ ਸਾਹਮਣੇ ਤੇ ਇੱਕ ਦੇ ਸਾਹਮਣੇ ਇੱਥੇ ਬਿੰਦੂ ਜਿਹੜਾ ਇੱਕ ਲਗਾਇਆ ਗਿਆ ਹੈ। ਇਹਦਾ ਭਾਵ ਹੈ ਕਿ ਪਹਿਲੇ ਮੈਚ ਦੇ ਵਿੱਚ ਇੱਥੇ ਬੀ ਜਿਹੜੇ ਸਕੋਰ ਹੈ ਉਹ ਕਿਸੇ ਬੱਲੇਬਾਜ਼ ਨੇ ਬਣਾਏ ਨੇ। ਕਿਸ ਬੱਲੇਬਾਜ਼ ਨੇ ਬਣਾਏ ਨੇ? ਦਾਣੇਦਾਰ ਜਿਹੜਾ ਗ੍ਰਾਫ ਹੈ ਉਹ ਕਿਉਂਕਿ ਬੱਲੇਬਾਜ਼ ਏ ਦਾ ਹੈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਬੱਲੇਬਾਜ਼ ਏ ਨੇ ਪਹਿਲੇ ਮੈਚ ਦੇ ਵਿੱਚ 20 ਸਕੋਰ ਜਿਹੜੇ ਬਣਾਏ ਸੀਗੇ, ਤੇ ਜਿਹੜਾ ਸਾਡੇ ਕੋਲ ਬੀ ਬੱਲੇਬਾਜ਼ ਸੀ ਉਸ ਨੇ ਪਹਿਲੇ ਮੈਚ ਦੇ ਵਿੱਚ 60 ਸਕੋਰ ਬਣਾਏ ਸਨ। ਇਹ ਕਿਉਂਕਿ 60 ਦੇ ਸਾਹਮਣੇ ਇੱਥੇ ਬਿੰਦੂ ਤੁਸੀਂ ਲੱਗਾ ਹੋਇਆ ਦੇਖ ਸਕਦੇ ਹੋ। ਇਸੇ ਢੰਗ ਦੇ ਨਾਲ ਦੂਜੇ ਮੈਚ ਦੇ ਵਿੱਚ ਬੀ ਬੱਲੇਬਾਜ਼ ਨੇ 40 ਸਕੋਰ ਬਣਾਏ, ਤੁਸੀਂ ਦੇਖ ਸਕਦੇ ਹੋ, ਤੇ ਦੂਸਰੇ ਮੈਚ ਦੇ ਵਿੱਚ ਏ ਬੱਲੇਬਾਜ਼ ਨੇ 115 ਸਕੋਰ ਬਣਾਏ। 110 ਅਤੇ 120 ਦੇ ਵਿਚਕਾਰ ਸਾਡੇ ਕੋਲ 110 ਅਤੇ 120 ਦੇ ਵਿਚਕਾਰ ਸਾਡੇ ਕੋਲ ਇਹ ਜਿਹੜਾ ਬਿੰਦੂ ਇੱਥੇ ਲਗਾਇਆ ਗਿਆ ਹੈ, ਤੋ ਇਹ 115 ਸਕੋਰਾਂ ਨੂੰ, 115 ਰਨਾਂ ਨੂੰ ਦਰਸਾਉਂਦਾ ਹੈ। ਇਸੇ ਢੰਗ ਦੇ ਨਾਲ ਹਰ ਮੈਚ ਦੇ ਵਿੱਚ ਜਿਹੜੇ ਸਕੋਰ ਦੋਨੋਂ ਹੀ ਬੱਲੇਬਾਜ਼ਾਂ ਦੇ ਵੱਲੋਂ ਬਣਾਏ ਗਏ ਨੇ ਉਹਨਾਂ ਨੂੰ ਗ੍ਰਾਫ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਢੰਗ ਦੇ ਨਾਲ ਦਰਸਾਇਆ ਗਿਆ ਹੈ। ਤੀਜੇ ਮੈਚ ਦੇ ਵਿੱਚ ਜਿਹੜਾ ਦਾਣੇਦਾਰ ਲਾਈਨ ਵਾਲਾ ਗ੍ਰਾਫ ਹੈ ਬਿਲਕੁਲ ਜ਼ੀਰੋ ਦੇ ਉੱਤੇ ਹੀ ਹੈ, ਭਾਵ ਕਿ ਬੱਲੇਬਾਜ਼ ਏ ਦੇ ਜਿਹੜੇ ਸਕੋਰ ਨੇ ਤੀਜੇ ਮੈਚ ਦੇ ਵਿੱਚ ਉਹ ਜ਼ੀਰੋ ਹੀ ਨੇ, ਜਦ ਕਿ ਬੱਲੇਬਾਜ਼ ਬੀ ਦੇ ਜਿਹੜੇ ਸਕੋਰ ਨੇ ਉਹ 3 ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਥੇ 50,
ਦੇ ਸਾਹਮਣੇ ਇੱਥੇ ਬਿੰਦੂ ਲੱਗਿਆ ਹੋਇਆ ਹੈ, ਤੋਂ ਇਹਦਾ ਭਾਵ ਹੈ ਕਿ ਤੀਜੇ ਮੈਚ ਦੇ ਵਿੱਚ ਬੱਲੇਬਾਜ਼ B ਦੁਆਰਾ ਬਣਾਏ ਗਏ ਸਕੋਰਾਂ ਦੀ ਜਿਹੜੀ ਗਿਣਤੀ ਹੈ ਉਹ 50 ਹੈ। ਠੀਕ ਹੈ, ਇਸੇ ਢੰਗ ਦੇ ਨਾਲ ਚੌਥੇ ਮੈਚ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੋਨਾਂ ਨੇ ਇੱਕੋ ਜਿਹੇ ਸਕੋਰ ਬਣਾਏ ਨੇ, ਕਿਉਂਕਿ ਚੌਥੇ ਮੈਚ ਦੇ ਵਿੱਚ ਜਿਹੜਾ ਗ੍ਰਾਫ ਹੈ ਦੋਨਾਂ ਦਾ ਇੱਕ ਬਿੰਦੂ ਤੇ ਮਿਲਦਾ ਹੈ। ਤੋਂ A ਬੱਲੇਬਾਜ਼ ਅਤੇ B ਬੱਲੇਬਾਜ਼ ਦੋਨਾਂ ਨੇ ਹੀ 60 ਸਕੋਰ ਜਿਹੜੇ ਇੱਥੇ ਬਣਾਏ ਨੇ। ਇਸੇ ਢੰਗ ਦੇ ਨਾਲ ਬਾਕੀ ਵੀ ਸਾਰੇ ਮੈਚਾਂ ਦੇ ਵਿੱਚ ਤੁਸੀਂ ਆਪਣੇ ਆਪ ਜਿਹੜਾ ਇਹ ਨੋਟ ਕਰ ਸਕਦੇ ਹੋ। ਇਹਦੇ ਵਿੱਚ ਕੁਝ ਚੀਜ਼ਾਂ ਆਪਾਂ ਦੇਖ ਸਕਦੇ ਹਾਂ ਕਿ ਬੱਲੇਬਾਜ਼ A ਦੇ ਜਿਹੜੇ ਸਭ ਤੋਂ ਵੱਧ ਸਕੋਰ ਨੇ ਉਹ ਸਾਡੇ ਕੋਲ 115 ਨੇ, ਬੱਲੇਬਾਜ਼ A ਦੇ ਸਭ ਤੋਂ ਘੱਟ ਸਕੋਰ ਨੇ ਉਹ 0 ਨੇ, ਕਿਉਂਕਿ ਇਹਦਾ ਗ੍ਰਾਫ ਥੱਲੇ 0 ਤੱਕ 20 ਆਉਂਦਾ ਹੈ। ਠੀਕ ਹੈ, 0 ਲੈਵਲ ਤੱਕ ਆਉਂਦਾ ਹੈ। ਜਦ ਕਿ B ਬੱਲੇਬਾਜ਼ ਜਿਹੜਾ ਹੈਗਾ ਉਹਦੇ ਸਭ ਤੋਂ ਘੱਟ ਸਕੋਰ ਜਿਹੜੇ ਤੁਸੀਂ ਦੇਖ ਸਕਦੇ ਹੋ ਗ੍ਰਾਫ ਦਾ ਜਿਹੜਾ ਸਭ ਤੋਂ ਨੀਚੇ ਵਾਲਾ ਹਿੱਸਾ ਉਹ 40 ਦੇ ਉੱਤੇ ਆ ਕੇ ਰੁਕਦਾ ਹੈ, ਤੇ ਸਭ ਤੋਂ ਉੱਪਰ ਵਾਲਾ ਹਿੱਸਾ ਜਿਹੜਾ B ਬੱਲੇਬਾਜ਼ ਦੀ ਗ੍ਰਾਫ ਦਾ ਉਹ 100 ਤੱਕ ਜਾਂਦਾ ਹੈ, ਇੱਥੇ ਤੱਕ ਜਾਂਦਾ ਹੈ 100 ਤੱਕ। ਠੀਕ ਹੈ, ਤੋ ਇਹਦੇ 'ਚ ਹੁਣ ਇਹ ਸਾਡੇ ਕੋਲ ਬਹੁਤ ਬੇਸਿਕ ਜੀ ਨੌਲੇਜ ਸੀ, ਜੋ ਜਾਣਕਾਰੀ ਜੋ ਸਾਨੂੰ ਗ੍ਰਾਫ ਤੋਂ ਦੇਖ ਕੇ ਹੀ ਪਹਿਲੀ ਨਿਗਾਹ ਦੇ ਵਿੱਚ ਪਤਾ ਲੱਗਣੀ ਚਾਹੀਦੀ ਹੈ। ਇਸ ਤੋਂ ਬਾਅਦ ਹੁਣ ਅਸੀਂ ਸਵਾਲ ਦੇ ਵਿੱਚ ਜਿਹੜੇ ਸਾਨੂੰ ਸਵਾਲ ਪੁੱਛੇ ਗਏ ਨੇ ਇਸ ਪਾਰਟ ਦੇ ਵਿੱਚ, ਤਾਂ ਉਹਨਾਂ ਦੀ ਆਪਾਂ ਗੱਲ ਕਰਾਂਗੇ, ਉਹਨਾਂ 'ਤੇ ਚਰਚਾ ਕਰਾਂਗੇ। ਠੀਕ ਹੈ ਵਿਦਿਆਰਥੀਓ, ਤੋ ਪਹਿਲਾ ਸਵਾਲ ਹੈ ਸਾਡੇ ਕੋਲ, ਦੋਨੋਂ ਧੁਰਾਂ ਤੇ ਕਿਹੜੀ ਸੂਚਨਾ ਦਿੱਤੀ ਗਈ ਹੈ। ਦੋਨੋਂ ਧੁਰਿਆਂ ਤੇ ਜਿਹੜੀ ਸੂਚਨਾ ਹੈ ਉਹ ਸਾਨੂੰ ਕਿਹੜੀ ਦਿੱਤੀ ਗਈ ਹੈ। ਤੁਸੀਂ ਦੇਖ ਸਕਦੇ ਹੋ ਜਿਹੜਾ Y ਧੁਰਾ ਹੈ ਸਾਡੇ ਕੋਲ, ਇਹਦੇ ਉੱਤੇ ਮੈਚਾਂ ਦੀ ਜਿਹੜੀ ਸੰਖਿਆ ਹੈ ਜਾਂ ਮੈਚਾਂ ਦਾ ਕ੍ਰਮ ਹੈ ਉਹ ਦਰਸਾਇਆ ਗਿਆ ਹੈ, ਪਹਿਲਾ, ਦੂਜਾ, ਤੀਜਾ, ਚੌਥਾ। ਠੀਕ ਹੈ, ਜਦ ਕਿ ਜਿਹੜੀ ਸਾਡੇ ਕੋਲ ਇਨਵਾਂ ਧੁਰਾ ਸੀ ਇਹਨੂੰ ਕਹਿ ਸਕਦੇ ਹਾਂ, ਇਹਦੇ ਉੱਤੇ ਸਾਨੂੰ ਬਣਾਏ ਗਏ ਰਨਾਂ ਨੂੰ ਜਿਹੜਾ ਦਰਸਾਇਆ ਗਿਆ ਹੈ, ਸਕੋਰਾਂ ਨੂੰ ਦਰਸਾਇਆ ਗਿਆ ਹੈ। ਠੀਕ ਹੈ, ਤਾਂ ਇਸ ਨੂੰ ਅਸੀਂ ਕਿਵੇਂ ਲਿਖਾਂਗੇ ਆਓ ਦੇਖਦੇ ਹਾਂ ਜੀ। ਤਾਂ ਅਸੀਂ ਇੱਥੇ ਲਿਖਾਂਗੇ ਹੱਲ, ਲੇਟਵਾਂ ਧੁਰਾ ਜਾਂ ਇਹਨੂੰ ਅਸੀਂ X ਧੁਰਾ ਕਹਿੰਦੇ ਹਾਂ, ਸਾਲ 2007 ਵਿੱਚ ਖੇਡੇ ਗਏ ਮੈਚਾਂ ਦੀ ਸੰਖਿਆ ਨੂੰ ਦਰਸਾਉਂਦਾ ਹੈ। ਜਦ ਕਿ ਖੜਵਾਂ ਧੁਰਾ ਜਾਂ ਜਿਹਨੂੰ ਅਸੀਂ Y ਧੁਰਾ ਵੀ ਕਹਿੰਦੇ ਹਾਂ, ਜਦ ਕਿ ਖੜਵਾਂ ਧੁਰਾ ਹਰੇਕ ਮੈਚ ਵਿੱਚ ਖਿਡਾਰੀਆਂ ਦੁਆਰਾ ਬਣਾਏ ਗਏ ਰਨਾਂ ਨੂੰ ਦਰਸਾਉਂਦਾ ਹੈ। ਠੀਕ ਹੈ ਵਿਦਿਆਰਥੀਓ, ਤਾਂ ਇਹ ਸਾਡੇ ਕੋਲ ਪਹਿਲੇ ਸਵਾਲ ਦਾ ਉੱਤਰ ਜਿਹੜਾ ਹੋ ਜਾਂਦਾ ਹੈ। ਦੂਸਰਾ ਸਵਾਲ ਸਾਡੇ ਕੋਲ ਕੀ ਹੈ, ਕਿਹੜੀ ਰੇਖਾ ਬੱਲੇਬਾਜ਼ A ਦੁਆਰਾ ਬਣਾਏ ਗਏ ਰਨ ਪ੍ਰਦਰਸ਼ਿਤ ਕਰਦੀ ਹੈ। ਤਾਂ ਅਸੀਂ ਇਹਦੇ 'ਚ ਦੇਖਿਆ ਹੈ, ਜਿਵੇਂ ਕਿ ਸਾਨੂੰ ਗ੍ਰਾਫ ਦੇ ਵਿੱਚ ਦਿੱਤਾ ਵੀ ਗਿਆ ਕਿ ਜਿਹੜੀ ਦਾਣੇਦਾਰ ਰੇਖਾ ਹੈ ਉਹ ਸਾਨੂੰ ਬੱਲੇਬਾਜ਼ A ਦੁਆਰਾ ਬਣਾਏ ਗਏ ਰਨਾਂ ਨੂੰ ਪ੍ਰਦਰਸ਼ਿਤ ਕਰਦੀ ਹੈ। ਠੀਕ ਹੈ, ਤੋ ਜਿਵੇਂ ਕਿ ਗ੍ਰਾਫ ਵਿੱਚ ਦਰਸਾਇਆ ਗਿਆ ਹੈ, ਜਿਵੇਂ ਕਿ ਗ੍ਰਾਫ ਵਿੱਚ ਦਰਸਾਇਆ ਗਿਆ ਹੈ, ਦਾਣੇਦਾਰ ਰੇਖਾ ਬੱਲੇਬਾਜ਼ A ਦੁਆਰਾ ਬਣਾਏ ਗਏ ਰਨਾਂ ਨੂੰ ਪ੍ਰਦਰਸ਼ਿਤ ਕਰਦੀ ਹੈ। ਠੀਕ ਹੈ,
ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ, ਸਾਲ 2007 ਵਿੱਚ ਕੀ ਕਿਸੇ ਮੈਚ ਦੇ ਦੋਨਾਂ ਬੱਲੇਬਾਜ਼ਾਂ ਦੁਆਰਾ ਬਣਾਏ ਗਏ ਰਨ ਸਮਾਨ ਹਨ? ਜੇ ਹਾਂ ਤਾਂ ਕਿਸ ਮੈਚ ਵਿੱਚ? ਤੋ ਗ੍ਰਾਫ ਨੂੰ ਜੇਕਰ ਅਸੀਂ ਧਿਆਨ ਦੇ ਨਾਲ ਦੇਖੀਏ, ਜਿਵੇਂ ਕਿ ਆਪਾਂ ਪਹਿਲਾਂ ਵੀ ਇਸ ਦੇ ਬਾਰੇ ਚਰਚਾ ਕਰ ਚੁੱਕੇ ਹਾਂ ਕਿ ਚੌਥੇ ਮੈਚ ਦੇ ਵਿੱਚ ਜਿਹੜਾ ਗ੍ਰਾਫ ਹੈ ਦੋਨੋਂ ਹੀ ਬੱਲੇਬਾਜ਼ਾਂ ਦੇ ਸਕੋਰਾਂ ਦਾ ਉਹ ਆਪਸ ਦੇ ਵਿੱਚ ਇੱਕ ਬਿੰਦੂ ਤੇ ਮਿਲ ਰਿਹਾ ਹੈ। ਇਹਦਾ ਭਾਵ ਹੈ ਕਿ ਚੌਥੇ ਮੈਚ ਵਿੱਚ ਦੋਨਾਂ ਹੀ ਬੱਲੇਬਾਜ਼ਾਂ ਨੇ ਸਮਾਨ ਜਿਹੜੇ ਉਹ ਰਨ ਬਣਾਏ ਨੇ, ਤੇ ਉਹ ਰਨ ਕਿੰਨੇ ਬਣਾਏ ਨੇ? 60 ਜਿਹੜੇ ਉਹ ਬਣਾਏ ਨੇ। ਠੀਕ ਹੈ, ਤਾਂ ਇਹਨੂੰ ਅਸੀਂ ਲਿਖ ਲਵਾਂਗੇ ਹਲ। ਚੌਥੇ ਮੈਚ ਵਿੱਚ ਦੋਨੋਂ ਬੱਲੇਬਾਜ਼ਾਂ ਨੇ ਸਮਾਨ 60 ਰਨ ਬਣਾਏ ਹਨ। ਇਹ ਉਸ ਬਿੰਦੂ ਤੋਂ ਪਤਾ ਚੱਲਦਾ ਹੈ ਜਿਸ ਬਿੰਦੂ ਉਤੇ ਦੋਨੋਂ ਰੇਖਾਵਾਂ ਇੱਕ ਦੂਜੇ ਨੂੰ ਕੱਟਦੀਆਂ ਹਨ। ਇੱਕ ਦੂਜੇ ਨੂੰ ਕੱਟਦੀਆਂ ਹਨ। ਠੀਕ ਹੈ ਵਿਦਿਆਰਥੀਓ, ਅਗਲਾ ਸਵਾਲ ਸਾਡੇ ਕੋਲ ਹੈ, ਦੋਨੋਂ ਬੱਲੇਬਾਜ਼ਾਂ ਵਿੱਚ ਕਿਹੜਾ ਜ਼ਿਆਦਾ ਸਥਿਰ ਹੈ? ਤੁਸੀਂ ਇਹ ਨਿਰਣਾ ਕਿਸ ਤਰ੍ਹਾਂ ਲਿਆ? ਤਾਂ ਜੇਕਰ ਅਸੀਂ ਗ੍ਰਾਫ ਨੂੰ ਦੇਖਦੇ ਹਾਂ ਤਾਂ ਗ੍ਰਾਫ ਤੋਂ ਸਾਨੂੰ ਇਹ ਪਤਾ ਚੱਲਦਾ ਹੈ, ਜਿਵੇਂ ਅਸੀਂ ਪਹਿਲਾਂ ਵੀ ਚਰਚਾ ਕੀਤੀ ਹੈ ਕਿ ਏ ਦੇ ਜਿਹੜੇ ਸਭ ਤੋਂ ਘੱਟ ਸਕੋਰ ਨੇ ਏ ਬੱਲੇਬਾਜ਼ ਦੇ ਉਹ 0 ਹੈ, ਸਭ ਤੋਂ ਵੱਧ ਜਿਹੜੇ ਸਕੋਰ ਨੇ ਉਹ 115 ਨੇ, ਤੇ ਦੋ ਵਾਰ ਇਹ ਜਿਹੜਾ 0 ਤੇ ਆਊਟ ਹੋਇਆ। 6 ਮੈਚ ਵਿੱਚ ਵੀ ਏ ਦੇ ਜਿਹੜੇ ਰਨ ਸੀ ਉਹ 0 ਸੀ, 9ਵੇਂ ਮੈਚ ਦੇ ਵਿੱਚ ਵੀ ਏ ਦੇ ਜਿਹੜੇ ਰਨ ਸੀ ਉਹ 0 ਸੀ। ਤੋ ਸਭ ਤੋਂ ਵੱਧ 115, ਸਭ ਤੋਂ ਘੱਟ 0, ਜਦਕਿ ਬੀ ਦੀ ਅਗਰ ਅਸੀਂ ਗੱਲ ਕਰੀਏ ਤਾਂ ਬੀ ਦੇ ਜਿਹੜੇ ਸਭ ਤੋਂ ਘੱਟ ਰਨ ਨੇ ਉਹ 40 ਰਹੇ ਨੇ, ਤੇ ਸਭ ਤੋਂ ਵੱਧ ਜਿਹੜੇ ਰਹੇ ਨੇ ਉਹ 100 ਰਹੇ ਨੇ। ਤੋ ਅਸੀਂ ਦੇਖ ਸਕਦੇ ਹਾਂ ਕਿ ਬੱਲੇਬਾਜ਼ ਏ ਦੇ ਜਿਹੜੇ ਸਕੋਰ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਉਤਾਰ ਚੜਾਅ ਹੈ, ਕਦੇ ਤਾਂ ਬਿਲਕੁਲ 0 ਤੇ ਆਊਟ ਹੋ ਜਾਂਦਾ ਹੈ ਔਰ ਕਦੇ 115 ਸਕੋਰ ਬਣਾ ਲੈਂਦਾ ਹੈ, ਜਦਕਿ ਜਿਹੜਾ ਬੀ ਬੱਲੇਬਾਜ਼ ਹੈ ਉਸਦੇ ਘੱਟ ਤੋਂ ਘੱਟ 40 ਤੇ ਵੱਧ ਤੋਂ ਵੱਧ ਜਿਹੜੇ 100 ਨੇ। ਤੋ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਉਤਰਾਅ ਚੜਾਅ ਜਿਹੜਾ ਉਹ ਬੀ ਦੀ ਖੇਡ ਦੇ ਵਿੱਚ ਬਹੁਤ ਘੱਟ ਹੈ ਬੱਲੇਬਾਜ਼ ਏ ਦੇ ਮੁਕਾਬਲੇ। ਸੋ ਅਸੀਂ ਕਹਿ ਸਕਦੇ ਹਾਂ ਬੱਲੇਬਾਜ਼ ਬੀ ਦੀ ਜਿਹੜੀ ਖੇਡ ਹੈ ਉਹਦੀ ਰਨ ਬਣਾਉਣ ਦੀ ਜੋ ਗਤੀ ਹੈ ਉਹ ਜ਼ਿਆਦਾ ਸਥਿਰ ਹੈ ਬੱਲੇਬਾਜ਼ ਏ ਦੇ ਮੁਕਾਬਲੇ। ਠੀਕ ਹੈ, ਤਾਂ ਅਸੀਂ ਇਹਨੂੰ ਕਿਵੇਂ ਲਿਖਾਂਗੇ? ਹਲ, ਬੱਲੇਬਾਜ਼ ਏ ਦੇ ਗ੍ਰਾਫ ਵਿੱਚ ਇੱਕ ਉੱਚਾ ਸਿਖਰ ਹੈ ਜਦ ਕਿ ਉਸਦੇ ਆਸ-ਪਾਸ ਘਾਟੀਆਂ ਹਨ। ਉਸਨੇ ਸਭ ਤੋਂ ਵੱਧ 115 ਅਤੇ ਸਭ ਤੋਂ ਘੱਟ 0 ਸਕੋਰ ਬਣਾਏ ਹਨ। ਉਹ ਰਨ ਬਣਾਉਣ ਵਿੱਚ ਸਥਿਰ ਨਹੀਂ ਹੈ। ਜਦ ਕਿ ਬੱਲੇਬਾਜ਼ ਬੀ ਨੇ
ਸਭ ਤੋਂ ਵੱਧ 100 ਅਤੇ ਸਭ ਤੋਂ ਘੱਟ 40 ਰਨ ਬਣਾਏ ਹਨ। A ਦੇ ਮੁਕਾਬਲੇ B ਦੁਆਰਾ ਬਣਾਏ ਰਨਾਂ ਵਿੱਚ ਉਤਾਰ ਚੜਾਅ ਘੱਟ ਹੈ। ਸੋ ਅਸੀਂ ਕਹਿ ਸਕਦੇ ਹਾਂ कि बल्लेबाज भी ज्यादा स्थिर बल्लेबाज है। ठीक है विद्यार्थियों, तो इस ढंग ਦੇ ਨਾਲ ਇਸ ਸਵਾਲ ਦੇ ਚਾਰ ਪਾਰਟ ਸੀ ਜਿਹੜੇ ਉਹ ਚਾਰੋਂ ਭਾਗਾਂ ਦਾ ਜਿਹੜਾ ਉੱਤਰ ਹੈ ਉਹ ਸੀ ਗ੍ਰਾਫ ਨੂੰ ਦੇਖ ਕੇ ਦਿੱਤਾ ਹੈ। तो आओ इस तो बाद अगला सवाल देखते हैं। ਦੂਜਾ ਸਵਾਲ ਸਾਡੇ ਕੋਲ ਹੈ, ਇੱਕ ਕਾਰ ਸ਼ਹਿਰ P ਤੋਂ ਦੂਸਰੇ ਸ਼ਹਿਰ Q ਦੇ ਵੱਲ ਜਾ ਰਹੀ ਹੈ ਜੋ ਕਿ ਇੱਕ ਦੂਸਰੇ ਤੋਂ 350 ਕਿਲੋਮੀਟਰ 350 ਕਿਲੋਮੀਟਰ ਦੂਰੀ ਤੇ ਹੈ। ਦਿੱਤਾ ਗਿਆ ਗ੍ਰਾਫ ਵੱਖ-ਵੱਖ ਸਮਿਆਂ ਉੱਤੇ ਕਾਰ ਦੀ P ਸ਼ਹਿਰ ਤੋਂ ਦੂਰੀਆਂ ਦਰਸਾਉਂਦਾ ਹੈ। ਗ੍ਰਾਫ ਦਾ ਅਧਿਐਨ ਕਰੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਤੋ ਇਹ ਸਾਡੇ ਕੋਲ ਗ੍ਰਾਫ ਹੈ, ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਤੋ ਹੇਠਾਂ x ਤੁਰੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਦਿਨ ਦਾ ਜਿਹੜਾ ਸਮਾਂ ਹੈ ਉਹ ਦਰਸਾਇਆ ਗਿਆ ਹੈ 8 9 10 11 12 1 2 3। ਠੀਕ ਹੈ, ਇਸ ਤੋਂ ਬਾਅਦ ਖੜਵਾਂ ਜਿਹੜਾ ਧੁਰਾ ਹੈ ਸਾਡੇ ਕੋਲ ਜਿਹਨੂੰ ਅਸੀਂ y ਧੁਰਾ ਵੀ ਕਹਿੰਦੇ ਆ, ਇਹਦੇ ਉੱਤੇ ਕਾਰ ਦੀ P ਸ਼ਹਿਰ ਤੋਂ ਜਿਹੜੀ ਦੂਰੀ ਹੈ ਉਹ ਦਰਸਾਈ ਗਈ ਹੈ ਕਿਲੋਮੀਟਰਾਂ ਦੇ ਵਿੱਚ। ਠੀਕ ਹੈ, 8 ਵਜੇ ਜਿਹੜੀ ਕਾਰ ਹੈ ਉਹ ਸ਼ੁਰੂ ਹੋਈ ਹੈ, ਚੱਲੀ ਹੈ, ਤੇ 9 ਵਜੇ ਕਾਰ ਨੇ ਜਿਹੜਾ ਹੈ ਉਹ 50 ਕਿਲੋਮੀਟਰ ਦਾ ਸਫ਼ਰ ਜਿਹੜਾ ਤੈਅ ਕੀਤਾ ਹੈ। ਇਸੇ ਢੰਗ ਦੇ ਨਾਲ 10 ਵਜੇ ਜਿਹੜਾ ਦੇਖੀਏ ਤਾਂ ਉਹ ਕਾਰ ਨੇ 150 ਕਿਲੋਮੀਟਰ ਦਾ ਸਫ਼ਰ ਜਿਹੜਾ ਉਹ ਤੈਅ ਕਰ ਲਿਆ ਹੈ। ਇਸੇ ਢੰਗ ਦੇ ਨਾਲ ਅਲੱਗ-ਅਲੱਗ ਸਮੇਂ ਤੇ ਕਾਰ ਨੇ ਕਿੰਨਾ ਸਫ਼ਰ ਜਿਹੜਾ ਹੈ P ਸ਼ਹਿਰ ਤੋਂ ਕਿੰਨੀ ਦੂਰੀ ਜਿਹੜੀ ਉਹਨੇ ਤੈਅ ਕਰ ਲਈ ਹੈ ਉਹ ਇਸ ਗ੍ਰਾਫ ਦੇ ਦੁਆਰਾ ਦਰਸਾਈ ਗਈ ਹੈ। ਠੀਕ ਹੈ, तो ਇਹਦੇ ਵਿੱਚ ਸਾਨੂੰ ਕੁਝ ਸਵਾਲ ਵੀ ਜਿਹੜੇ ਦਿੱਤੇ ਗਏ ਨੇ ਜਿਨ੍ਹਾਂ ਦਾ ਉੱਤਰ ਅਸੀਂ ਇਸ ਗ੍ਰਾਫ ਨੂੰ ਦੇਖ ਕੇ ਦੇਣਾ ਹੈ। ਜਿਨ੍ਹਾਂ ਵਿੱਚ ਸਭ ਤੋਂ ਪਹਿਲਾ ਸਵਾਲ ਸਾਡੇ ਕੋਲ ਹੈ, ਦੋਨੋਂ ਧੁਰਾਂ ਤੇ ਕੀ ਦਰਸਾਇਆ ਗਿਆ ਹੈ। ਇੱਕ ਸਵਾਲ ਨੂੰ ਆਪਾਂ ਪੜ੍ਹਦੇ ਜਾਵਾਂਗੇ ਤੇ ਨਾਲ ਨਾਲ ਉਹਦਾ ਜਿਹੜਾ ਉੱਤਰ ਹੈ ਉਹ ਗ੍ਰਾਫ ਨੂੰ ਦੇਖ ਕੇ ਆਪਾਂ ਲਿਖਦੇ ਜਾਵਾਂਗੇ। ਠੀਕ ਹੈ ਵਿਦਿਆਰਥੀਓ, तो इस सवाल का पहला भाग साडे कोल है, दोनों धुरां ते की दर्शाया गया है। ਜਿਹੜੇ ਦੋਨੋਂ ਧੁਰੇ ਨੇ x ਧੁਰਾ ਤੇ y ਧੁਰਾ ਇਹ ਕਿਸ ਚੀਜ਼ ਨੂੰ ਦਰਸਾਉਂਦੇ ਨੇ। तो ग्राफ ਦੇ ਵਿੱਚ ਅਸੀਂ ਦੇਖ ਸਕਦੇ ਹਾਂ, ਸਵਾਲ ਦੇ ਵਿੱਚ ਵੀ ਅਸੀਂ ਪੜ੍ਹਿਆ ਹੈ, ਲੇਟਵਾਂ x ਧੁਰਾ ਸਮਾਂ ਦਰਸਾ ਰਿਹਾ ਹੈ ਤੇ ਖੜਵਾਂ ਜਿਹੜਾ y ਧੁਰਾ ਹੈ ਇਹ ਕਾਰ ਦੀ P ਸ਼ਹਿਰ ਤੋਂ ਦੂਰੀ ਨੂੰ ਦਰਸਾਉਂਦਾ ਹੈ। ਠੀਕ ਹੈ, तो ਅਸੀਂ ਇੱਥੇ ਲਿਖ ਲਵਾਂਗੇ ਲੇਟਵਾਂ x ਧੁਰਾ ਸਮਾਂ ਦਰਸਾਉਂਦਾ ਹੈ ਖੜਵਾਂ y ਧੁਰਾ ਕਾਰ ਦੀ ਸ਼ਹਿਰ P ਤੋਂ ਦੂਰੀ ਨੂੰ ਦਰਸਾਉਂਦਾ ਹੈ। ठीक है, तो ये ਸਾਡੇ ਕੋਲ ਪਹਿਲੇ ਸਵਾਲ ਦਾ ਉੱਤਰ ਹੋ ਗਿਆ। ਇਸ ਤੋਂ ਬਾਅਦ ਦੂਸਰਾ ਸਵਾਲ ਅਸੀਂ ਦੇਖਦੇ ਹਾਂ। दूसरा सवाल है कि कार ने किस समय ਅਤੇ ਕਿੱਥੋਂ ਯਾਤਰਾ ਸ਼ੁਰੂ ਕੀਤੀ। तो कार ने ਅਸੀਂ ਦੇਖ ਸਕਦੇ ਹਾਂ 8 ਵਜੇ ਸਵੇਰੇ ਜਿਹੜੀ ਯਾਤਰਾ ਸ਼ੁਰੂ ਕੀਤੀ ਹੈ ਤੇ ਕਿਸ ਤੋਂ P ਸ਼ਹਿਰ ਤੋਂ ਜਿਹੜੀ ਆਪਣੀ ਯਾਤਰਾ ਸ਼ੁਰੂ ਕੀਤੀ। ਹਲ कार ने ਸਵੇਰੇ 8 ਵਜੇ
ਈ शहर तो यात्रा शुरू की थी। ठीक है, इस तो बाद अगला सवाल, ਪਹਿਲੇ ਘੰਟੇ ਵਿੱਚ ਕਾਰ ਕਿੰਨੀ ਦੂਰੀ ਚੱਲੀ? तो ਆਪਾਂ ਗ੍ਰਾਫ ਦੇ ਵਿੱਚ ਦੇਖ ਸਕਦੇ ਹਾਂ 8 ਵਜੇ ਕਾਰ ਨੇ ਜਿਹੜਾ ਆਪਣੀ ਯਾਤਰਾ ਸ਼ੁਰੂ ਕੀਤੀ ਹੈ ਤੇ 9 ਵਜੇ ਤੱਕ ਉਹ 50 ਕਿਲੋਮੀਟਰ ਦੀ ਦੂਰੀ ਤੈਅ ਕਰ ਚੁੱਕੀ ਸੀ। ਸੋ ਪਹਿਲੇ ਘੰਟੇ ਵਿੱਚ ਕਾਰ ਨੇ 50 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਹਲ, ਪਹਿਲੇ ਘੰਟੇ ਵਿੱਚ ਕਾਰ ਨੇ 50 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਠੀਕ ਹੈ, ਇਸ ਤੋਂ ਬਾਅਦ ਅਗਲਾ ਸਵਾਲ ਦੇਖਦੇ ਹਾਂ ਅਸੀਂ। ਅਗਲਾ ਸਵਾਲ ਸਾਡੇ ਕੋਲ ਹੈ ਦੂਸਰੇ ਘੰਟੇ ਅਤੇ ਤੀਸਰੇ ਘੰਟੇ ਵਿੱਚ ਕਾਰ ਨੇ ਕਿੰਨੀ ਕਿੰਨੀ ਦੂਰੀ ਤੈਅ ਕੀਤੀ? तो ग्राफ ਵਿੱਚ ਅਸੀਂ ਦੇਖ ਸਕਦੇ ਹਾਂ ਦੂਸਰੇ ਘੰਟੇ ਵਿੱਚ ਕਾਰ ਨੇ ਕਿੰਨੀ ਦੂਰੀ ਤੈਅ ਕੀਤੀ। ਅਸੀਂ ਦੇਖ ਸਕਦੇ ਹਾਂ ਕਿ ਦੂਸਰਾ ਘੰਟਾ ਜਿਹੜਾ ਸਾਡਾ ਉਹ 9 ਵਜੇ ਤੋਂ 10 ਵਜੇ ਤੱਕ ਦਾ ਹੁੰਦਾ ਹੈ। ਠੀਕ ਹੈ, 9 ਵਜੇ ਤੱਕ ਕਾਰ ਨੇ 50 ਕਿਲੋਮੀਟਰ ਦੀ ਦੂਰੀ ਤੈਅ ਕਰ ਲਈ ਸੀ, ਜਦਕਿ 10 ਵਜੇ ਤੱਕ ਕਾਰ ਨੇ 150 ਕਿਲੋਮੀਟਰ ਭਾਵ 150 ਕਿਲੋਮੀਟਰ ਦੀ ਦੂਰੀ ਤੈਅ ਕਰ ਲਈ ਸੀ। ਤੋਂ 9 ਤੋਂ 10 ਵਜੇ ਭਾਵ ਦੂਸਰੇ ਘੰਟੇ ਦੇ ਵਿੱਚ ਕਾਰ ਨੇ ਜਿਹੜੀ ਦੂਰੀ ਤੈਅ ਕੀਤੀ ਉਹ ਪਤਾ ਕਰਨ ਦੇ ਲਈ ਅਸੀਂ 150 ਦੇ ਵਿੱਚੋਂ 50 ਨੂੰ ਘਟਾ ਦੇਵਾਂਗੇ। ਇਸੇ ਢੰਗ ਦੇ ਨਾਲ 10 ਵਜੇ ਕਾਰ ਨੇ 150 ਕਿਲੋਮੀਟਰ ਦੂਰੀ ਤੈਅ ਕੀਤੀ ਸੀ, ਜਦਕਿ 11 ਵਜੇ ਉਹ 200 ਕਿਲੋਮੀਟਰ ਦੀ ਦੂਰੀ ਤੈਅ ਕਰ ਚੁੱਕੀ ਸੀ। तो 10 ਤੋਂ 11 ਭਾਵ ਕਿ ਤੀਸਰੇ ਘੰਟੇ ਦੇ ਵਿੱਚ ਕਾਰ ਨੇ ਜਿੰਨੀ ਦੂਰੀ ਤੈਅ ਕੀਤੀ ਉਹ ਪਤਾ ਕਰਨ ਦੇ ਲਈ ਸਾਨੂੰ 200 ਦੇ ਵਿੱਚੋਂ 150 ਨੂੰ ਘਟਾਉਣਾ ਪਵੇਗਾ। ਠੀਕ ਹੈ ਵਿਦਿਆਰਥੀਓ, तो आओ ਅਸੀਂ ਲਿਖਦੇ ਹਾਂ ਕਾਰ ਦੁਆਰਾ ਤੈਅ ਕੀਤੀ ਗਈ ਦੂਰੀ। बराबर 150 माइनस 50 बराबर 100 किलोमीटर। सो दूसरे घंटे ਵਿੱਚ ਕਾਰ ਨੇ 100 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਸ ਤੋਂ ਬਾਅਦ ਤੀਸਰੇ ਘੰਟੇ ਵਿੱਚ ਕਾਰ ਦੁਆਰਾ ਤੈਅ ਕੀਤੀ ਗਈ ਦੂਰੀ। तो तीसरे घंटे ਵਿੱਚ ਅਸੀਂ ਦੇਖ ਸਕਦੇ ਹਾਂ 10 ਤੋਂ 11 ਵਜੇ ਤੱਕ ਕਾਰ ਜਿਹੜੀ ਸੀ ਉਹ 150 ਤੋਂ 200 ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕੀ ਸੀ। तो 200 ਦੇ ਵਿੱਚੋਂ ਜੇਕਰ ਅਸੀਂ 150 ਘਟਾਵਾਂਗੇ ਤਾਂ ਸਾਡੇ ਕੋਲ ਤੀਸਰੇ ਘੰਟੇ ਵਿੱਚ ਤੈਅ ਕੀਤੀ ਗਈ ਦੂਰੀ ਕਾਰ ਦੁਆਰਾ ਪ੍ਰਾਪਤ ਹੋ ਜਾਵੇਗੀ। ਠੀਕ ਹੈ, 200 ਘਟਾਓ 150 ਬਰਾबर 50 ਕਿਲੋਮੀਟਰ। ठीक है, तो इस तरह कार ने पहले घंटे ਵਿੱਚ 100 ਕਿਲੋਮੀਟਰ दूसरे घंटे ਵਿੱਚ 100 ਕਿਲੋਮੀਟਰ ਦਾ ਸਫ਼ਰ ਜਿਹੜਾ ਤੈਅ ਕੀਤਾ ਹੈ, जबकि तीसरे घंटे ਵਿੱਚ ਕਾਰ ਨੇ 50 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਠੀਕ ਹੈ, ਇਸ ਤੋਂ ਬਾਅਦ ਅਗਲਾ ਸਵਾਲ ਹੈ ਕਿ ਪਹਿਲੇ 3 ਘੰਟੇ ਵਿੱਚ ਕਾਰ ਦੀ ਚਾਲ ਸਮਾਨ ਸੀ, ਤੁਸੀਂ ਕਿਵੇਂ ਜਾਣਦੇ ਹੋ? ਹੁਣ ਅਸੀਂ ਇਹਦੇ ਵਿੱਚ ਹੁਣੇ ਦੇਖ ਕੇ ਹਟੇ ਹਾਂ ਕਿ ਪਹਿਲੇ ਘੰਟੇ ਵਿੱਚ ਕਾਰ ਨੇ ਜਿਹੜਾ ਸੀ ਉਹ 50 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ, ਜਦਕਿ ਦੂਜੇ ਘੰਟੇ ਵਿੱਚ ਕਾਰ ਨੇ 100 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਤੇ ਤੀਸਰੇ ਘੰਟੇ ਵਿੱਚ ਕਾਰ ਨੇ ਫਿਰ 50 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਤਾਂ ਅਸੀਂ ਕਹਿ ਸਕਦੇ ਹਾਂ ਕਿ ਪਹਿਲੇ 3 ਘੰਟੇ ਵਿੱਚ ਕਾਰ ਦੀ ਚਾਲ ਸਮਾਨ ਨਹੀਂ ਸੀ। ਔਰ ਇਸ ਦੀ ਜਾਣਕਾਰੀ ਸਾਨੂੰ ਜਿਹੜੀ ਉਹ ਕਿੱਥੋਂ ਮਿਲਦੀ ਹੈ, ਉਹ ਸਾਨੂੰ ਸਵਾਲ ਨੰਬਰ 3 ਅਤੇ 4 ਦੇ ਉੱਤਰ ਤੋਂ ਮਿਲਦੀ ਹੈ। ਹਲ नहीं, कार दी चाल पहले 3 घंटे विच समान नहीं सी।
ਇਸ ਦੀ ਜਾਣਕਾਰੀ ਸਾਨੂੰ 3 ਅਤੇ 4 ਦੇ ਉੱਤਰ ਤੋਂ ਮਿਲਦੀ ਹੈ। 3 ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਕਾਰ ਨੇ ਪਹਿਲੇ ਘੰਟੇ ਵਿੱਚ 50 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। 4 ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਕਾਰ ਨੇ ਦੂਸਰੇ ਘੰਟੇ ਵਿੱਚ 100 ਕਿਲੋਮੀਟਰ ਤੇ ਤੀਸਰੇ ਘੰਟੇ ਵਿੱਚ ਫਿਰ 50 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਠੀਕ ਹੈ, ਤਾਂ ਇਸ ਤਰ੍ਹਾਂ ਕਾਰ ਨੇ ਪਹਿਲੇ 3 ਘੰਟਿਆਂ ਵਿੱਚ ਸਮਾਨ ਚਾਲ ਦੇ ਨਾਲ ਸਫ਼ਰ ਨਹੀਂ ਤੈਅ ਕੀਤਾ। ਇਸ ਤੋਂ ਬਾਅਦ 6ਵਾਂ ਸਵਾਲ ਸਾਡੇ ਕੋਲ ਹੈ ਕਿ ਕਾਰ ਕਿਸੇ ਸਥਾਨ ਤੇ ਰੁਕੀ, ਆਪਣੇ ਉੱਤਰ ਦੇ ਲਈ ਤਰਕ ਦਿਓ। ਗ੍ਰਾਫ ਦੇ ਵਿੱਚ ਬੱਚੋ ਜੇਕਰ ਅਸੀਂ ਦੇਖਦੇ ਹਾਂ ਤਾਂ ਤੁਸੀਂ ਇਸ ਰੇਖਾ ਗ੍ਰਾਫ ਨੂੰ ਦੇਖ ਸਕਦੇ ਹੋ। 11 ਵਜੇ ਤੱਕ ਕਾਰ ਨੇ 200 ਕਿਲੋਮੀਟਰ ਦਾ ਸਫ਼ਰ ਜਿਹੜਾ ਉਹ ਤੈਅ ਕਰ ਲਿਆ ਸੀ 11 ਵਜੇ। ਇਸ ਤੋਂ ਬਾਅਦ ਜੇਕਰ ਅਸੀਂ ਦੇਖੀਏ ਤਾਂ 12 ਵਜੇ ਵੀ ਕਾਰ ਨੇ 200 ਕਿਲੋਮੀਟਰ ਦਾ ਸਫ਼ਰ ਹੀ ਤੈਅ ਕੀਤਾ ਸੀ। ਇਹਦਾ ਮਤਲਬ 11 ਤੋਂ 12 ਵਜੇ ਦੇ ਵਿਚਕਾਰ ਕਾਰ ਨੇ ਕੋਈ ਵੀ ਸਫ਼ਰ ਤੈਅ ਨਹੀਂ ਕੀਤਾ। ਸੋ ਅਸੀਂ ਕਹਿ ਸਕਦੇ ਹਾਂ ਕਿ 11 ਵਜੇ ਕਾਰ ਜਿਹੜੀ ਸੀ ਉਹ ਇੱਕ ਕਿਸੇ ਸਥਾਨ ਤੇ ਜਾ ਕੇ ਰੁਕ ਗਈ ਸੀ ਤੇ 12 ਵਜੇ ਤੱਕ ਕਾਰ ਨੇ ਉੱਥੋਂ ਕੋਈ ਵੀ ਸਫ਼ਰ ਤੈਅ ਨਹੀਂ ਕੀਤਾ। 12 ਤੋਂ ਬਾਅਦ ਫਿਰ ਕਾਰ ਨੇ ਅੱਗੇ ਯਾਤਰਾ ਜਿਹੜੀ ਉਹ ਆਪਣੀ ਸ਼ੁਰੂ ਕੀਤੀ। ਠੀਕ ਹੈ, ਤਾਂ ਅਸੀਂ ਇੱਥੇ ਲਿਖ ਸਕਦੇ ਹਾਂ ਗ੍ਰਾਫ ਤੋਂ ਪਤਾ ਚੱਲਦਾ ਹੈ ਕਿ 11 ਵਜੇ ਤੱਕ ਕਾਰ ਨੇ 200 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸੀ। ਦੋ ਸੌ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸੀ ਅਤੇ 12 ਵਜੇ ਤੱਕ ਵੀ ਕਾਰ ਦੁਆਰਾ ਤੈਅ ਕੀਤੀ ਗਈ ਦੂਰੀ ਕਾਰ ਦੁਆਰਾ ਤੈਅ ਕੀਤੀ ਗਈ ਦੂਰੀ 200 ਕਿਲੋਮੀਟਰ ਹੀ ਸੀ। ਸੋ ਅਸੀਂ ਕਹਿ ਸਕਦੇ ਹਾਂ ਕਿ 11 ਵਜੇ ਕਾਰ ਕਿਸੇ ਸਥਾਨ ਤੇ ਰੁਕ ਗਈ ਸੀ ਅਤੇ 12 ਵਜੇ ਤੱਕ ਕਾਰ ਨੇ ਕੋਈ ਸਫ਼ਰ ਤੈਅ ਨਹੀਂ ਕੀਤਾ। ਠੀਕ ਹੈ, 11 ਵਜੇ ਕਾਰ ਜਿਹੜੀ ਇੱਕ ਸਥਾਨ ਤੇ ਰੁਕ ਗਈ ਹੈ, 12 ਵਜੇ ਤੱਕ ਉਹਨੇ ਕੋਈ ਵੀ ਦੂਰੀ ਨਹੀਂ ਤੈਅ ਕੀਤੀ ਔਰ ਇਸ ਚੀਜ਼ ਦੀ ਜਿਹੜੀ ਪੁਸ਼ਟੀ ਹੈ ਉਹ ਸਾਨੂੰ ਇਹ ਜਿਹੜਾ ਲੇਟਵਾਂ ਹਿੱਸਾ ਹੈ ਇੱਥੋਂ ਲੇਟਵਾਂ ਰੇਖਾ ਖੰਡ ਹੈ ਉਹ ਇਸ ਚੀਜ਼ ਦੀ ਪੁਸ਼ਟੀ ਵੀ ਕਰਦਾ ਹੈ। ਠੀਕ ਹੈ, तो ਇਹ ਇੱਕ ਲੇਟਵਾਂ ਰੇਖਾ ਖੰਡ ਇਸ ਤੱਥ ਦੀ ਪੁਸ਼ਟੀ ਕਰਦਾ ਹੈ। ਠੀਕ ਹੈ, ਇਸ ਅੰਤਰਾਲ ਵਿੱਚ ਗ੍ਰਾਫ ਦਾ ਲੇਟਵਾਂ ਰੇਖਾ ਖੰਡ ਇਸ ਤੱਥ ਦੀ ਪੁਸ਼ਟੀ ਕਰਦਾ ਹੈ। ਇਸ ਤੱਥ ਦੀ ਪੁਸ਼ਟੀ ਕਰਦਾ ਹੈ। ਠੀਕ ਹੈ ਵਿਦਿਆਰਥੀਓ, ਤਾਂ ਇਸ ਢੰਗ ਦੇ ਨਾਲ ਗ੍ਰਾਫ ਤੋਂ ਦੇਖ ਕੇ ਕਿਵੇਂ ਅਸੀਂ ਜਾਣਕਾਰੀ ਜਿਹੜੀ ਉਹ ਇਕੱਠੀ ਕਰ ਸਕਦੇ ਹਾਂ ਅਲੱਗ-ਅਲੱਗ ਤਰ੍ਹਾਂ ਦੀ,
ਉਹ ਅਸੀਂ ਅੱਜ ਦੇ ਇਸ ਲੈਸਨ ਵਿੱਚ ਸਿੱਖਿਆ ਹੈ। ਤਾਂ ਮੈਨੂੰ ਪੂਰੀ ਉਮੀਦ ਹੈ ਕਿ ਦੋਨੋਂ ਦੇ ਦੋਨੋਂ ਸਵਾਲ ਤੁਸੀਂ ਬਹੁਤ ਧਿਆਨ ਦੇ ਨਾਲ ਸਮਝੇ ਹੋਣਗੇ ਤੇ ਨੋਟ ਵੀ ਕੀਤੇ ਹੋਣਗੇ। ਇਹਨਾਂ ਤੋਂ ਬਹੁਤ ਕੁਝ ਤੁਹਾਨੂੰ ਅੱਜ ਸਿੱਖਣ ਨੂੰ ਮਿਲਿਆ ਹੋਵੇਗਾ। ਠੀਕ ਹੈ ਵਿਦਿਆਰਥੀਓ, ਸੋ ਅੱਜ ਦੇ ਲੈਸਨ ਵਿੱਚ ਇੰਨਾ ਹੀ। ਇਸ ਤੋਂ ਬਾਅਦ ਅਗਲੇ ਲੈਸਨ ਦੇ ਵਿੱਚ ਆਪਾਂ ਅਭਿਆਸ 15.1 ਦੇ ਜਿਹੜੇ ਸਵਾਲ ਨੇ, ਜਿਹੜੇ ਰੇਖਾ ਗ੍ਰਾਫ ਦੇ ਉੱਤੇ ਆਧਾਰਿਤ ਨੇ, ਉਹ ਆਪਾਂ ਹੱਲ ਕਰਾਂਗੇ। ਉਹਨਾਂ ਦੇ ਬਾਰੇ ਜਾਣਾਂਗੇ ਅਗਲੇ 2 ਲੈਕਚਰਸ ਦੇ ਵਿੱਚ। ਠੀਕ ਹੈ ਵਿਦਿਆਰਥੀਓ, ਤੋਂ ਮਿਲਦੇ ਹਾਂ ਫਿਰ ਅਗਲੇ ਲੈਸਨ ਦੇ ਵਿੱਚ। ਉਦੋਂ ਤੱਕ ਸਤਿ ਸ਼੍ਰੀ ਅਕਾਲ।